ਬ੍ਰਿਟਿਸ਼ ਕੋਲੰਬੀਆ ਤੋਂ ਲੇਬਰ ਮਿਨਿਸਟਰ ਹੈਰੀ ਬੈਂਸ ਦੇ ਵੱਲੋਂ ਅੱਜ ਜਾਣਕਾਰੀ ਦਿੱਤੀ ਗਈ ਕਿ ਕੰਮ ਵਾਲੀਆਂ ਥਾਵਾਂ ਨੂੰ ਕਿਸ ਤਰ੍ਹਾਂ ਸੁਰੱਖਿਅਤ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕੰਮ ਵਾਲੀਆਂ ਥਾਵਾਂ ਨੂੰ ਕਿਸ ਤਰ੍ਹਾਂ ਜੋ ਇਸ ਵਕਤ ਚੱਲ ਰਹੀਆਂ ਨੇ ਉਹਨਾਂ ਦੀ ਸੁਰੱਖਿਆ ਦਾ ਧਿਆਨ ਵੀ ਰੱਖਿਆ ਜਾ ਰਿਹਾ ਹੈ, ਇਨਸਪੈਕਸ਼ਨ ਵੀ ਹੋ ਰਹੀ ਹੈ। ਵਰਕ ਸੇਫ BC ਦੇ ਵੱਲੋਂ ਜੋ ਕੰਮ ਕੀਤਾ ਜਾ ਰਿਹਾ ਹੈ ਉਸ ਦੇ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਦੇ ਬਾਰੇ ਦੱਸਿਆ ਗਿਆ ਕਿ ਸਾਲ 2020 ਦੇ ਵਿੱਚ ਮਾਰਚ 22 ਤੋਂ ਲੈ ਕੇ ਅਪ੍ਰੈਲ 16 ਦੇ ਵਿੱਚ ਹੀ ਹੁਣ ਤੱਕ 8000 ਤੋਂ ਜ਼ਿਆਦਾ ਇਨਸਪੈਕਸ਼ਨਸ ਕੀਤੀਆਂ ਜਾ ਚੁੱਕੀਆਂ ਨੇ, ਜਦ ਕਿ ਪਿਛਲੇ ਸਾਲ ਇਹਨਾਂ ਦਿਨਾਂ ਦੇ ਦਰਮਿਆਨ ਹੀ 4000 ਤੋਂ ਵੱਧ ਇਨਸਪੈਕਸ਼ਨਸ ਹੀ ਹੋਈਆਂ ਸਨ। ਤੇ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਸਾਲ 2019 ਵਿੱਚ ਵਰਕ ਸੇਫ BC ਵੱਲੋਂ ਵੱਖੋ ਵੱਖਰੀਆਂ ਕੰਮ ਵਾਲੀਆਂ ਥਾਵਾਂ ਦੇ ਉੱਤੇ ਪੂਰੇ ਸਾਲ ਵਿੱਚ 10,000 ਤੋਂ ਵੱਧ ਇਨਸਪੈਕਸ਼ਨਸ ਕੀਤੀਆਂ ਗਈਆਂ ਸੀ, ਪਰ ਸਾਲ 2020 ਵਿੱਚ ਕੋਵਿਡ-19 ਦੇ ਕਰਕੇ ਜੋ ਹਾਲਾਤ ਬਣੇ, ਵਰਕ ਸੇਫ BC ਦੇ ਵੱਲੋਂ ਦੁੱਗਣੇ ਪੱਧਰ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ, ਜਿੱਥੇ ਹੁਣ ਇਹਨਾਂ ਮਹੀਨਿਆਂ ਦੇ ਦਰਮਿਆਨ ਹੀ 15,000 ਤੋਂ ਵੱਧ ਇਨਸਪੈਕਸ਼ਨਸ ਹੋ ਵੀ ਚੁੱਕੀਆਂ ਨੇ। ਇਸ ਸੰਬੰਧੀ ਇਹ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਵੱਖੋ ਵੱਖਰੀਆਂ ਥਾਵਾਂ ਦੇ ਉੱਤੇ ਨਾ ਸਿਰਫ ਹਦਾਇਤਾਂ ਲਾਈਆਂ ਜਾ ਰਹੀਆਂ ਨੇ ਕੰਮ ਵਾਲੀਆਂ ਥਾਵਾਂ ਤੇ, ਸਗੋਂ ਉਹਨਾਂ ਹਦਾਇਤਾਂ ਦੀ ਪਾਲਣਾ ਹੋਵੇ, ਇਸ ਦਾ ਵੀ ਮੁੱਖ ਤੌਰ ਤੇ ਧਿਆਨ ਰੱਖਿਆ ਜਾ ਰਿਹਾ ਹੈ। ਪਿਛਲੇ ਹਫ਼ਤੇ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਆਪਣੀ ਵੈਬਸਾਈਟ ਦੇ ਉੱਤੇ ਸਾਰੀ ਜਾਣਕਾਰੀ ਜਾਰੀ ਕਰ ਦਿੱਤੀ ਗਈ ਸੀ ਕਿ ਕਿਸ ਤਰ੍ਹਾਂ ਸਾਰੇ ਬਿਜ਼ਨਸ ਸੁਰੱਖਿਆ ਦਾ ਧਿਆਨ ਰੱਖ ਕੇ ਆਪਣਾ ਕੰਮ ਖੋਲ੍ਹ ਸਕਦੇ ਨੇ ਤੇ ਕੰਮਾਂ ਦੇ ਖੋਲ੍ਹਣ ਨੂੰ ਲੈ ਕੇ ਕਾਮਿਆਂ ਦੀ ਸੁਰੱਖਿਆ ਦੇ ਵਾਸਤੇ ਵੀ ਜੋ ਹਦਾਇਤਾਂ ਨੇ ਉਸ ਦੀ ਸੂਚੀ ਜਾਰੀ ਕੀਤੀ ਗਈ, ਜਿਸ ਸੰਬੰਧੀ ਮਿਨਿਸਟਰ ਹੈਰੀ ਬੈਂਸ ਨੇ ਵੀ ਜਾਣਕਾਰੀ ਦਿੱਤੀ ਹੈ। ਤੇ ਜ਼ਿਕਰਯੋਗ ਹੈ ਕਿ ਕੋਈ ਵੀ ਕੰਮ ਆ ਜੇਕਰ ਵਰਕ ਸੇਫ BC ਨੂੰ ਜਾਣਕਾਰੀ ਦਿੰਦਾ ਹੈ ਕਿ ਉਹਨਾਂ ਦੀ ਕੰਮ ਵਾਲੀ ਥਾਂ ਦੇ ਉੱਤੇ ਅਣਗਹਿਲੀ ਵਰਤੀ ਜਾ ਰਹੀ ਹੈ, ਤਾਂ ਨਾਲ ਦੀ ਨਾਲ ਵਰਕ ਸੇਫ BC ਦੇ ਜਿਹੜੇ ਅਧਿਕਾਰੀ ਨੇ ਇਨਸਪੈਕਸ਼ਨ ਕਰਨ ਆਉਂਦੇ ਨੇ ਤੇ ਉਸ ਦੇ ਉੱਤੇ ਫਾਈਨ ਵੀ ਲੱਗਦਾ ਹੈ ਤੇ ਨਾਲ ਹੀ ਹਦਾਇਤਾਂ ਨੂੰ ਨਾ ਮੰਨਣ ਦੇ ਉੱਤੇ ਜਿਹੜੀ ਕਾਰਵਾਈ ਹੈ ਉਹ ਵੀ ਕੀਤੀ ਜਾਂਦੀ ਹੈ। ਕਿਉਂਕਿ ਬਾਰ-ਬਾਰ ਬ੍ਰਿਟਿਸ਼ ਕੋਲੰਬੀਆ ਦੇ ਚੀਫ ਮੈਡੀਕਲ ਆਫਿਸਰ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਕੋਵਿਡ-19 ਨਾਲ ਸੰਬੰਧਿਤ ਹਦਾਇਤਾਂ ਨੂੰ ਜੇਕਰ ਨਾ ਮੰਨਿਆ ਗਿਆ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਬੇਸ਼ੱਕ ਇਸ ਸਮੇਂ ਦੇਸ਼ ਭਰ ਦੇ ਵਿੱਚ ਮਾਮਲੇ ਕੋਵਿਡ-19 ਦੇ ਸਾਹਮਣੇ ਆਉਣੇ ਘਟ ਗਏ ਨੇ, ਪਰ ਜ਼ਿਕਰਯੋਗ ਹੈ ਕੱਲ੍ਹ ਇੱਕ ਦਿਨ ਦੇ ਵਿੱਚ ਹੀ 21 ਮਾਮਲੇ ਸਿਰਫ ਬ੍ਰਿਟਿਸ਼ ਕੋਲੰਬੀਆ ਤੋਂ ਸਾਹਮਣੇ ਆਏ ਨੇ, ਯਾਨੀ ਕਿ ਹਜੇ ਕੋਵਿਡ-19 ਦੇ ਮਾਮਲੇ ਆਉਣੇ ਜਾਰੀ ਨੇ, ਜਿਸ ਸੰਬੰਧੀ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਅਣਗਹਿਲੀ ਵਰਤਣੀ ਨਾ ਸ਼ੁਰੂ ਕਰਨ, ਕਿਉਂਕਿ ਜਿਵੇਂ ਹੀ ਵੱਖੋ ਵੱਖਰੇ ਸੂਬਿਆਂ ਵਿੱਚ ਆਰਥਿਕਤਾ ਨੂੰ ਖੋਲ੍ਹਣ ਦੇ ਵਾਸਤੇ ਐਲਾਨ ਕੀਤੇ ਗਏ, ਵੱਖੋ ਵੱਖਰੇ ਵਪਾਰੀਆਂ ਨੂੰ ਕਿਹਾ ਗਿਆ ਕਿ ਉਹ ਕੰਮ ਆਪਣਾ ਸ਼ੁਰੂ ਕਰ ਸਕਦੇ ਹਨ, ਉਵੇਂ ਹੀ ਸੜਕਾਂ ਦੇ ਉੱਤੇ ਵੀ ਲੋਕਾਂ ਦੀ ਕਾਫੀ ਜ਼ਿਆਦਾ ਗਿਣਤੀ ਦਿਖਾਈ ਦਿੱਤੀ। ਨਾਲ ਹੀ ਪਬਲਿਕ ਥਾਵਾਂ ਦੇ ਉੱਤੇ ਵੀ ਲੋਕਾਂ ਦੀ ਗਿਣਤੀ ਜ਼ਿਆਦਾ ਗਿਣਤੀ 'ਚ ਦਿਖਾਈ ਦੇਣੀ ਸ਼ੁਰੂ ਹੋ ਗਈ ਹੈ। ਇਸੇ ਨੂੰ ਲੈ ਕੇ ਵੀ ਕਿਹਾ ਜਾ ਰਿਹਾ ਹੈ ਕਿ ਮਾਸਕ ਵੀ ਜ਼ਰੂਰ ਪਾਏ ਜਾਣ ਕਿ ਜਦੋਂ ਤੁਸੀਂ ਪਬਲਿਕ ਥਾਂ ਦੇ ਉੱਤੇ ਜਾਂਦੇ ਹੋ, ਕਿਉਂਕਿ ਜਦੋਂ ਤੁਸੀਂ ਇੱਕ ਥਾਂ ਤੋਂ ਲੰਘੇ ਜਾਂਦੇ ਹੋ, ਤੁਹਾਡੇ ਕੋਲ ਨੂੰ ਕੋਈ ਵਿਅਕਤੀ ਲੰਘਦਾ ਹੈ ਤਾਂ ਹੋ ਸਕਦਾ ਹੈ ਕਿ ਉਸ ਵਕਤ 2 ਮੀਟਰ ਦਾ ਫਾਸਲਾ ਨਹੀਂ ਰਹਿ ਪਾਉਂਦਾ ਦੋਵਾਂ ਦਰਮਿਆਨ, ਤਾਂ ਅਜਿਹੇ ਵਿੱਚ ਮਾਸਕ ਬਚਾ ਸਕਦਾ ਹੈ ਕੁਝ ਚੀਜ਼ਾਂ ਤੋਂ ਤੇ ਤੁਹਾਡੇ ਕੀਟਾਣੂ ਹਵਾ ਦੇ ਵਿੱਚ ਨਾ ਫੈਲਣ ਉਸ ਤੋਂ ਵੀ। ਤੇ ਇਸੇ ਦੇ ਲਈ ਕਿਹਾ ਜਾ ਰਿਹਾ ਹੈ ਕਿ ਮਾਸਕ ਵੀ ਪਾਇਆ ਜਾਵੇ ਤੇ ਇਸ ਸੰਬੰਧੀ ਕਾਮਿਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਤੇ ਜਿਹੜੀਆਂ ਕੰਮ ਵਾਲੀਆਂ ਥਾਵਾਂ ਦੇ ਉੱਤੇ ਉਹਨਾਂ ਹਦਾਇਤਾਂ ਨੂੰ ਨਹੀਂ ਮੰਨਿਆ ਜਾ ਰਿਹਾ, ਉਹਨਾਂ ਦੀ ਸ਼ਿਕਾਇਤ ਵੀ ਕੀਤੀ ਜਾ ਸਕਦੀ ਹੈ। This morning I want to answer questions about the provincial restart and what that means to workers and their employers. I'm fully aware of the impacts to both. To workers, the lifeblood of any business. They saw operations abruptly dwindle or the doors slammed shut at their place of work, and many felt uncertain how they would make ends meet. And to employers who drive our economy, provide jobs and family supporting wages to British Columbians. They saw supply chains, consumers, and cash flow snapped away practically overnight. Unquestionably, the coronavirus has been a global tragedy, and unmistakably, no one is immune to the impacts. But BC fared well and is now well positioned to lead in the nation's recovery effort. WorkSafe BC has released industry-specific guidelines for employers resuming operations as part of Phase 2 of the Restart Plan. These guidelines can be found on WorkSafe BC website, and they will help businesses reopen in a safe manner during COVID-19 pandemic. These guidelines were something that many businesses all over the province have been waiting for. We knew they would be popular. They had over 524,000 page views of its guidelines and COVID-19 resources. That's 440% increase in website views
compared to the previous weeks of 97,000. It certainly highlights the surge in public interest, which is why during COVID-19 situation, WorkSafe BC increased the number of prevention officers on the public information lines to 26 to keep pace with the demand. A 225% increase in call capacity from COVID-19. It's also why they have more than doubled safety inspections during the past few months. From March 22 to April 16, 2019, there were 4,191 inspections. But this year, from March 22nd to April 16, they had 8,719 inspections. In fact, last year they did over 10,000 safety inspections in the entire year. But in the first 6 months this year, they have already conducted 15,325 inspections so far. This is to make sure businesses have the best safety measures in place and consumers can place their trust when stepping inside of them. And the guidelines released last week contribute to increasing our confidence and our safety. WorkSafe BC consulted with many industry associations and organizations, work with safety committees at workplaces, and provincial health officer provided the expertise to create these guidelines. These guidelines are a starting point. Many businesses are unique or have individual circumstances different than others, and they can speak to WorkSafe BC about their individual cases. The guidelines were never intended as a silver bullet, one-size-fits-all solution. It is a made-in-BC plan specific to our needs. We expect the same entrepreneurial spirit that's shown throughout the epidemic, like the distilleries that pivoted to manufacturing sanitizers, to still shine bright as businesses restart to recover. In fact, it's that pioneering resilience and entrepreneurial spirit that has always defined the West as the best. BC will continue as a leader. Recovery is on its way. But recovery comes on its own pace, and resiliency requires patience. This restart isn't simply a matter of flipping off a switch. It is more like turning up the dial. And it's not a return to normal, but it is a hopeful, careful, thoughtful step forward, finding our new normal. BC is in a relatively good position to recover from COVID-19. As we started from a strong economic position, pre-COVID-19, BC had the lowest unemployment rate in the country and one of the best economic growth. I feel strongly that working together, our economy will recuperate and revitalize. Social and cultural norms will return and revive. Our jobs and businesses will reappear and reinvest in British Columbia. And in time, with hard work, BC will return as a national leader of economic growth in Canada, as we were leaders pre-COVID-19. I would also like to mention that I will be hosting a town hall tonight at 7:15 p.m. I hope you will join us. Al Johnson, Vice President of Prevention Services at WorkSafe BC, will also be on the call. We're going to answer questions from citizens and talk in detail about WorkSafe BC guidelines. So I encourage you to dial in through the usual government social media channels as we deliver the answers to many restart questions. And I think Dr. Bonnie Henry is in a best position to guide us, and we are following her guidelines and her instructions. What is the best way to stop the transmission of COVID-19? And I think it's already determined. There are better ways, which is the physical distancing, hand washing, sanitization of the area where people come in contact with each other. I think those are the best places, best ways, as the Dr. Henry would tell you, is to stop the spread of COVID-19. But I think there may be situations, as Dr. Henry have said, that where self and physical distancing may not be possible.
I think those are the options those businesses have to put that in place. But I think at the end of the day, I want to make and stress this point, that it is up to us and the businesses to ensure that win the confidence of the public, their patrons who will be patronizing their businesses. If they don't win their confidence, they will not come. The customers will not come. And the businesses will suffer and continue to suffer. I think collectively we need to make sure. That's why the WorkSafe BC have put together these sector-specific guidelines, and the businesses are different, and they can actually build upon those guidelines to suit their particular needs, whether it's a child care, whether it's a small restaurant, or it's a manufacturing facility. They need to devise their own guidelines that suits their needs. I think they need to ensure that their customers have a confidence to come and patronize their businesses. Their workers feel safe to go to work and provide their services and produce the product. I think that should be the one point that I like to stress. And as Dr. Bonnie Henry have said, we don't want to start and then stop again. That's not the right thing to do. I think we want to start slow. A science-based precaution should be taken, and those are suitable to those individual businesses. ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।